ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਰਗ ਮਹਲਾ ਪੰਜਵਾ। ਮੇਰਾ ਮਨ ਚੀਤ ਆਏ ਪ੍ਰਿਆ ਰੰਗਾ, ਬਿਸਰਿਓ ਧੰਦ ਬੰਦ ਮਾਇਆ ਕੋ, ਰਜਨ ਸਬਾਈ ਜੰਗਾ। ਮੇਰਾ ਮਨ ਚੀਤ ਆਏ ਪ੍ਰਿਆ ਰੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਈ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਇਹ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਰਗ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੀ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੀ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਮੇਰਾ ਮਨ ਨਾਮ ਹਿਰਦੇ ਦਾ ਹੈ, ਅੰਤਰਾਤਮੇ ਦਾ ਹੈ। ਮੇਰੇ ਹਿਰਦੇ ਵਿੱਚ ਜੀਤ ਆਏ ਪ੍ਰਿਆ ਰੰਗਾ, ਗੁਰ ਉਪਦੇਸ਼ ਦੁਆਰਾ ਪਿਆਰੀ ਅਕਾਲ ਪੁਰਖ ਦਾ ਆਨੰਦ ਪ੍ਰੇਮ ਚਿੱਤ ਵਿੱਚ ਆ ਕੇ ਵਸ ਗਿਆ ਹੈ। ਜਾਂ ਪਿਆਰੇ ਦੀ ਮਿਲਣ ਦਾ ਆਨੰਦ ਚਿੱਤ ਆ ਗਿਆ ਹੈ। ਬਿਸਰਿਓ ਧੰਦ ਬੰਦ ਮਾਇਆ ਕੋ, ਜੋ ਮਾਇਆ ਦੇ ਧੰਦਿਆਂ ਦਾ ਬੰਧਨ ਸੀਗਾ ਉਹ ਪਰਮੇਸ਼ਰ ਦੀ ਕਿਰਪਾ ਕਰਕੇ ਵਿਸਰ ਗਿਆ ਹੈ, ਵਿਸਰ ਗਈ। ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਿ ਆਈ। ਰਜਨ ਸਬਾਈ ਜੰਗਾ, ਰਜਨ ਕਹਿੰਦੇ ਨੇ ਰਾਤ ਨੂੰ। ਸਾਰੀ ਰਾਤ ਆਲਸ ਦੇ ਨਾਲ ਯੁੱਧ ਕਰਦਿਆਂ ਗੁਜ਼ਰਦੀ ਹੈ, ਜਾਂ ਸਾਰੀ ਅਵਸਥਾ ਰੂਪ ਰਾਤ ਕਾਮ ਆਦਿਕ ਵਿਕਾਰਾਂ ਦੇ ਨਾਲ ਜੰਗ ਕਰਦਿਆਂ ਦੀ ਗੁਜ਼ਰਦੀ ਜਾ ਰਹੀ ਹੈ। ਹੁਣ ਸਾਰੀ ਅਵਸਥਾ ਰੂਪ ਰਾਤ
ਪ੍ਰਭੂ ਸਿਮਰਨ ਦੇ ਵਿੱਚ ਜੰਗਾ ਜਾਗਣਾ ਕੀਤਾ ਹੈ। ਲੋਕਾਂ ਨੂੰ ਤਾਂ ਗੋਲੀਆਂ ਖਾ ਕੇ ਟੀਕੇ ਲਵਾ ਕੇ ਵੀ ਨੀਂਦ ਨਹੀਂ ਆਉਂਦੀ, ਤੇ ਸਾਨੂੰ ਉਹ ਵਲੇਟ ਮਾਰਦੀ ਹੈ। ਤੇ ਇਸ ਤਰ੍ਹਾਂ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਭਾਈ ਜਾਗਣਾ ਜਾਗਰ ਨੀਕਾ, ਹਰ ਕੀਰਤਨ ਮੈਂ ਜਾਗਣਾ। ਜਦ ਕੰਮ ਕੋਈ ਨਹੀਂ ਕਰਨਾ, ਸਰੀਰ ਥੱਕੂਗਾ ਨਹੀਂ, ਫਿਰ ਨੀਂਦ ਕਿੱਥੋਂ ਆਊਗੀ? ਦਿਨੇ ਵੀ ਸੁੱਤੇ ਰਹਿਣਾ, ਫਿਰ ਰਾਤ ਨੂੰ ਕਿੱਥੋਂ ਨੀਂਦ ਆਊਗੀ? ਗਲਤੀ ਤਾਂ ਆਪਣੀ ਹੈ। ਕਹਿਣਾ ਡਾਕਟਰ ਨੂੰ ਵੀ ਡਾਕਟਰ ਜੀ ਨੀਂਦ ਨਹੀਂ ਆਉਂਦੀ। ਪਾਠ ਕੀਤਾ ਹੋਵੇ ਖਾਂ 2-4 ਘੰਟੇ ਟਿਕਾ ਕੇ, ਚੰਗਾ ਸਿਰ ਖਪਿਆ ਹੁੰਦਾ, ਮਾਫ ਕਰਨਾ। ਸਰੀਰ ਦਾ ਜ਼ਰੂਰੀ ਨਹੀਂ ਵੀ ਕਈ ਪਾਉਂਦਿਆਂ ਜ਼ੋਰ ਲੱਗਦਾ, ਪਾਠ ਕਰਦਿਆਂ ਵੀ ਸਰੀਰ ਜਿਹੜਾ ਹੈ ਉਹ ਜ਼ੋਰ ਮੰਨਦਾ ਹੈ। ਇਸ ਵਾਸਤੇ ਬੰਦਾ ਥੱਕ ਹੀ ਨਾ ਜਾਵੇ। ਗੁਰਬਾਣੀ ਪੜ੍ਹਦਿਆਂ ਸੇਵਾ ਕਰਦੀਆਂ ਨੀਂਦ ਤਾਂ ਤਰਲੇ ਮਾਰਦੀ ਹੈ, ਹੱਥ ਜੋੜਦੀ ਹੈ, ਆਉਂਦੀ ਕਿਉਂ ਨਹੀਂ? ਤੇ ਇਸ ਵਾਸਤੇ ਸਾਡੀ ਤਾਂ ਜੰਗ ਕਰਦਿਆਂ ਹੀ ਰਾਤ ਅਤੇ ਦਿਨ ਬਤੀਤ ਹੁੰਦਾ। ਸੋ ਇਸ ਤਰ੍ਹਾਂ ਜਦ ਮੇਰੇ ਹਿਰਦੇ ਵਿੱਚ ਗੁਰ ਉਪਦੇਸ਼ ਦੁਆਰਾ ਪਿਆਰੇ ਅਕਾਲ ਪੁਰਖ ਦਾ ਆਨੰਦ ਚਿੱਤ ਵਿੱਚ ਆ ਕੇ ਵਸ ਗਿਆ ਹੈ, ਪਿਆਰੇ ਦੇ ਮਿਲਣ ਦਾ ਆਨੰਦ ਚੇਤੇ ਆ ਗਿਆ ਹੈ। चेतना है तो चेतना, निस दिन में प्राणी, शिन शिन औध बेहात है, फूटा घट ज्यों पानी। ये जद मैनू चेते आ गया तो जो माया के धंधियां का बंधन सीगा, मन धंधे बंध कर्म कमाए, वो परमेश्वर की कृपा करके विसर गया है। ते सारी रात आलस दे नाल युद्ध करदियां गुजरदी है। जे खड़े होवो खड़े भी सुट दिंदी है। इस वास्ते पर सोना नहीं है। सारी अवस्था उम्र रूप रात काम अधिक विकारां नाल जंग करदियां दी गुजरदी है। प्रभु दे सिमरन दे विच जागना कीता है। राम दी कर फरमान करदे ने, हर सेवा हर हृदय बसावा। हरि परमेश्वर दी शरीर करके टहल करदा हां। हरि परमेश्वर नूं हिरदे विच वसाउणा कीता है। हर पाया सत संगा, हरि परमेश्वर नूं सत्संग द्वारा पाउणा कीता है। ऐसो मिलियो मनोहर प्रीतम, मैनू अजिहा मन नूं हरन वाला सुंदर परम प्रेम दा आस्पद प्यारा परमेश्वर मिलिया है। सुख पाए मुख मंगा, जिस कोलों मुँह मंगे सुख पा लए हन। वे अपना गुर बस कर दीना, जो अपना सारी अंधात्मा रूप मेरा प्यारा पति परमेश्वर है, वो गुरु ने नाम बाणी का उपदेश दाए के अधीन वस कर दिता है। सखी वस आया फिर छोड़ न जाई, यह रीत भली भगवंत। भोग ने संगा, इसलिए हुण मैं ब्रह्मानंद रू भोगां नूं भोग के शंके तो रहत हो के आत्मक आनंद दी रस नूं भोगदा माणदा निरपा भए नानक भाव मिटिया। सतगुरु साहब जी कथन करते ने कि मैं डर तो रहत स्वरूप नूं प्राप्त हो गया हाँ, ਅਤੇ मेरा जमन मरण ਦਾ डर भी सारा मिट गया है। हर पायो पाठंगा, क्योंकि मैं नाम सिमरन रूप पाठ दे अंग पख करके हरि परमेश्वर नूं पाजू लिया है। या उड़िया की फैशन है
ਸਿਰ ਨੰਗਾ ਨਹੀਂ ਇਹਨੂੰ ਸਮਝਾਇਆ ਹਾਂਜੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਨਿਰਭਉ ਪਏ ਭਏ ਨਾਨਕ ਭਉ ਮਿਟਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਡਰ ਤੋਂ ਰਹਿਤ ਸਰੂਪ ਨੂੰ ਪ੍ਰਾਪਤ ਹੋ ਗਿਆ ਹਾਂ ਔਰ ਮੇਰਾ ਜੰਮਣ ਮਰਨ ਦਾ ਡਰ ਵੀ ਸਾਰਾ ਮਿਟ ਗਿਆ ਹੈ। ਹਰ ਪਾਇਓ ਪਾਠੰਗਾ। ਕਿਉਂਕਿ ਮੈਂ ਨਾਮ ਸਿਮਰਨ ਰੂਪ ਪਾਠ ਦੇ ਅੰਗ ਕਰਕੇ ਪੱਖ ਕਰਕੇ ਹਰੀ ਪਰਮੇਸ਼ਰ ਨੂੰ ਪਾਜੂ ਲਿਆ ਹੈ। ਜਾਂ ਇਸੇ ਪ੍ਰਕਾਰ ਨਿਰਭਉ ਭਏ ਨਾਨਕ ਭਉ ਮਿਟਿਆ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਦ ਨਿਰਭਉ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਨਾ ਕੀਤਾ ਤਾਂ ਸਾਰਾ ਮੇਰਾ ਜਿਤਨਾ ਵੀ ਭੈ ਸੀਗਾ ਉਹ ਮਿਟ ਗਿਆ। ਆਰਗ ਹਰ ਭਾਏ ਹਰ ਪਾਇਓ ਪਾਠੰਗਾ। ਸੋ ਇਹ ਸਭ ਕੁਛ ਤਾਂ ਹੋਇਆ ਜਦ ਪਰਮੇਸ਼ਰ ਨੇ ਕਿਰਪਾ ਕਰਕੇ ਸਤ ਸੰਗਤ ਦੇ ਵਿੱਚ ਉਠਾਉਣਾ ਕੀਤਾ ਭੇਜਣਾ ਕੀਤਾ ਤਦ ਪਰਮੇਸ਼ਰ ਨੂੰ ਪਾਉਣਾ ਕੀਤਾ। ਆਰਗ ਮਹਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੋ ਪਾਵਨ ਫਰਮਾਨ ਕਰਦੇ ਨੇ। ਹਰ ਜੀਓ ਕੇ ਦਰਸ਼ਨ ਕਉ ਕੁਰਬਾਨੀ। ਹਰੀ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਮੈਂ ਬਲਿਹਾਰ ਕੁਰਬਾਨ ਪਿਆ ਜਾਂਦਾ ਹਾਂ। ਜਨਨਾਦ ਮੇਰੇ ਸ਼ਰਵਨਹੁ ਪੂਰੇ। ਸਤਿਗੁਰਾਂ ਦੇ ਬ੍ਰਹਮ ਦੀ ਸਖਿਆਤ ਦਾ ਜਾਂ ਜੀਵ ਈਸ਼ ਦੀ ਏਕਤਾ ਵਾਲੇ ਵਾਕ ਮੇਰੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਵਿੱਚ ਹਰ ਵਕਤ ਭਰੇ ਰਹਿੰਦੇ ਹਨ। ਜਾਂ ਜੋ ਗੁਰਾਂ ਦੇ ਪਵਿੱਤਰ ਬਚਨ ਸ਼ਬਦ ਰੂਪ ਦੇ ਵਿੱਚ ਸਰਵਣ ਕਰਵਾਏ ਹੋਏ ਨੇ ਉਹ ਵਾਜਿਆਂ ਦੀ ਨਿਆਈ ਮੇਰੇ ਕੰਨਾਂ ਦੇ ਵਿੱਚ ਪੂਰਨ ਔਰ ਮੇਰੀ ਜੋ ਦੇਹ ਹੈ ਦੇਹਾ ਪ੍ਰਿਯੰਕ ਸਮਾਨੀ। ਮੇਰੀ ਸੂਖਮ ਦੇਹੀ ਜਾਂ ਬੁੱਧੀ ਵੀ ਪਿਆਰੇ ਦੇ ਅੰਕ ਪ੍ਰੇਮ ਦੇ ਵਿੱਚ ਸਮਾ ਗਈ ਲੀਨ ਹੋ ਗਈ ਹੈ। ਵਿਸ਼ਰਾਮ ਜੀ ਕਰ ਫਰਮਾਨ ਕਰਦੇ ਨੇ। ਉਤਰਤੇ ਗੁਰ ਕੀ ਸੁਹਾਗਨ। ਵਾਹਿਗੁਰੂ ਦੇ ਭਜਨ ਤੋਂ ਛੁੱਟੜ ਹੋਈ ਸੁਰਤ ਗੁਰਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੇ ਸੁਹਾਗ ਭਾਗ ਵਾਲੀ। ਸੁਹਾਗ ਨਾਮ ਹੈ ਆਨੰਦ ਦਾ। ਸੁਹਾਗ ਨਾਮ ਹੈ ਪਤੀ ਦੀ ਪ੍ਰਾਪਤੀ ਦੇ ਆਨੰਦ ਦਾ। ਸੋ ਪਤੀ ਦੀ ਪ੍ਰਾਪਤੀ ਦੇ ਆਨੰਦ ਵਾਲੀ ਬਣਾਉਣਾ ਕੀਤੀ ਹੈ। ਪਹਿਲਾਂ ਛੁੱਟੀ ਹੋਈ ਸੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਦੋਂ ਹੀ ਸੋ ਕਹਿੰਦੇ ਜਾਤੀ ਸੁਭਾਣਾ ਤਾਂ ਜੰਮਿਆ। ਜਦ ਵਾਹਿਗੁਰੂ ਦਾ ਹੁਕਮ ਹੋਇਆ ਤਾਂ ਇਸ ਦਾ ਜਨਮ ਹੋਇਆ। ਪਰਿਵਾਰ ਭਲਾ ਭਾਇਆ ਪਰਿਵਾਰ ਨੂੰ ਇਹ ਚੰਗਾ ਲੱਗ ਆਇਆ। ਪਰ ਇਹਦਾ ਆਪ ਦਾ ਜਿਹੜਾ ਆਨੰਦ ਜਿਹੜੀ ਸੁਰਤੀ ਮਾਤਾ ਦੀ ਉਦਰ ਦੇ ਵਿੱਚ ਉਸ ਦੁੱਖਾਂ ਭਰੇ ਜੀਵਨ ਦੇ ਵਿੱਚ ਜੁੜੀ ਹੋਈ ਸੀ ਅਰਦਾਸਾਂ ਕਰਦਾ ਸੀਗਾ ਪੁੱਠਾ ਲਟਕਦਾ ਹੋਇਆ ਉਹ ਛੁੱਟ ਗਈ। ਪਰਿਵਾਰ ਨੂੰ ਤਾਂ ਖੁਸ਼ੀ ਹੋਈ ਪਰ ਇਹਨੂੰ ਦੁੱਖ ਹੋਇਆ ਕਿਉਂਕਿ ਇਹ ਸੁਰਤ ਹੁਣ ਵਾਹਿਗੁਰੂ ਲੱਭਦਾ ਨਹੀਂ ਹੈ। ਫਿਰ ਇਹ ਰੋਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਦੁੱਧ ਆਦਿਕ ਦੀ ਪੇਟ ਦੇ ਭੁੱਖ ਦੀ ਤ੍ਰਿਸ਼ਨਾ ਲੱਗ ਗਈ।
ਮਾਇਆ ਅਮਰ ਵਰਤਾਇਆ, ਜੰਮਦਿਆਂ ਸਾਰੀ ਇਹੋ ਜਿਹਾ ਮਾਇਆ ਨੇ ਹੁਕਮ ਵਰਤਾ ਦਿੱਤਾ। ਤੋ ਉਹ ਜਿਹੜੀ ਛੁੱਟੀ ਹੋਈ ਲਿਵ ਸੀਗੀ, ਸਤਿਗੁਰੂ ਦੀ ਕਿਰਪਾ ਦੇ ਨਾਲ ਜੇ ਤਾਂ ਛੋਟੀ ਉਮਰ ਤੋਂ ਹੀ ਬੰਦਾ ਲੱਗ ਜਾਏ, ਇਹ ਮੇਰੀ ਵਰਡਿੰਗ ਗਲਤ ਹੈ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਲਾ ਲਵੇ ਸੰਗਤ ਦੇ ਦੁਆਰਾ, ਤਾਂ ਤੇ ਜਲਦੀ ਕਿਰਪਾ ਹੋ ਜਾਂਦੀ ਹੈ। ਜਿਵੇਂ ਜਿਵੇਂ ਵੱਡੇ ਹੁੰਦੇ ਜਾਈਏ, ਮਹਾਂਪੁਰਖਾਂ ਦਾ ਸਮਝ ਲਓ ਇਹ ਬਚਨ ਹੈ ਜਾਂ ਸਰਾਪ ਸਮਝ ਲਓ। ਬਾਬਾ ਠਾਕੁਰ ਸਿੰਘ ਸਾਹਿਬ ਦੇ ਮੁਖੋਂ ਇਹ ਬਚਨ ਨਿਕਲਿਆ, ਮੈਂ ਸੁਣਿਆ, ਸਮਝ ਲਓ ਸਰਾਪ ਹੀ ਹੈ। ਤੇ ਜਾਂ ਸੁਦੇ ਸਿੱਧ ਬਚਨ ਕੀਤਾ ਵੀ ਜਿਵੇਂ ਜਿਵੇਂ ਤੁਸੀਂ ਵੱਡੇ ਹੁੰਦੇ ਹੋ, ਅਕਲ ਆਉਣੀ ਚਾਹੀਦੀ ਹੈ, ਪਰ ਅਕਲ ਨਹੀਂ ਆਉਂਦੀ, ਮੱਤ ਗਿੱਟਿਆਂ 'ਚ ਵੜਦੀ ਜਾਂਦੀ ਹੈ। ਤੋ ਇਸ ਵਾਸਤੇ ਮੱਤ ਮਾਰੀ ਜਾਂਦੀ ਹੈ। ਪਹਿਲਾਂ ਤਾਂ ਦਸਵੰਧ ਵਾਰ ਤਾਲੂਆ ਨਰਮ ਹੁੰਦਾ, ਤਾਜ਼ਾ ਖੁੱਲ੍ਹ ਜਾਏ ਤਾਂ ਖੁੱਲ੍ਹ ਜਾਏ, ਮੁੜ ਕੇ ਤਾਂ ਥੋੜਾ ਮਾਰੀਆਂ ਵੀ ਮਾਫ ਕਰਨਾ, ਖੋਲ੍ਹਣਾ ਔਖਾ ਹੋ ਜਾਂਦਾ। ਇੰਨਾ ਪੱਥਰ ਦਿਲ ਇਨਸਾਨ ਹੈ, ਕੋਈ ਅਸਰ ਹੀ ਨਹੀਂ ਮਹਾਰਾਜ ਦੀ ਬਾਣੀ ਦਾ, ਵਾਹਿਗੁਰੂ ਦੇ ਭਜਨ ਦਾ। ਸਾਨੂੰ ਚੇਤਾ ਹੀ ਭੁੱਲ ਗਿਆ ਕਿ ਅਸੀਂ ਆਏ ਕਿਸ ਕੰਮ ਲਈ ਹਾਂ। ਗੁਰਮੁਖ ਲਾਭ ਲੈ ਗਏ, ਉਹ ਤਾਂ ਲਾਭ ਲੈ ਕੇ ਗਏ ਨੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹ ਛੁੱਟੜ ਇਸਤਰੀ ਦੀ ਤਰ੍ਹਾਂ ਆਪਦੇ ਮਾਲਕ ਦਾ ਘਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਛੱਡਿਆ ਹੋਇਆ ਹੈ, ਹੋਰਨਾਂ ਪਾਸੇ ਧਿਆਨ ਲੱਗਾ ਹੋਇਆ। ਜਿਹੜੀ ਸੁਰਤ ਹੈ ਚਾਹੀਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੀਗੀ, ਲੱਗ ਗਈ ਗੋਲਕ 'ਚ ਮਾਇਆ ਦੇ ਵਿੱਚ, ਇਹੀ ਛੁੱਟੜ ਦੀ ਨਿਸ਼ਾਨੀ। ਤੋ ਮਹਾਰਾਜ ਨੇ ਜਦ ਕਿਰਪਾ ਕੀਤੀ ਤਾਂ ਸੁਰਤ ਆਪਦੇ ਚਰਨਾਂ ਦੇ ਵਿੱਚ ਪ੍ਰਾਪਤੀ ਵਾਲੀ, ਨਾਮ ਦੀ ਕਿਰਪਾ ਨਾਲ ਆਨੰਦ ਵਾਲੀ ਬਣਾਉਣਾ ਕੀਤੀ ਹੈ। ਜਿਸ ਕਰਕੇ ਹਰ ਪਾਇਓ ਸੁਗੜ ਸੁਜਾਨੀ, ਘਾੜਤਾਂ ਨੂੰ ਘੜਨ ਵਾਲੇ ਅੰਤਰਜਾਮੀ ਪਰਮੇਸ਼ਰ ਨੂੰ ਪਾ ਲਿਆ, ਜੋ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ। ਔਰ ਸਭ ਤੋਂ ਜ਼ਰੂਰੀ ਕੰਮ ਹੈ, ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ, ਰਾਮ ਜਪੋ ਜੀ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਇਆਲ, ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਜਿਹੀ ਘਰ ਮਹਿ ਬੈਸਨ ਨਹੀਂ ਪਾਵਤ, ਜਿਸ ਸਰੂਪ ਰੂਪੀ ਘਰ ਵਿੱਚ ਮੈਂ ਪਹਿਲਾਂ ਪ੍ਰਮਾਣਗਤ ਪਰਮੇਗਤ ਇਤਿਆਦਿਕ ਸੰਸਿਆਂ ਕਰਕੇ ਬੈਠਣਾ, ਅਸਥਿਤ ਹੋਣਾ ਨਹੀਂ ਪਾਉਂਦਾ ਸੀ। ਉਹ ਥਾਨ ਮਿਲਿਓ ਬਾਸਾਨੀ, ਸਰੂਪ ਰੂਪੀ ਜਾਂ ਤੁਰਿਆ ਪਦ ਰੂਪੀ ਅਸਥਾਨ ਵਸਣ ਵਾਸਤੇ ਮੈਨੂੰ ਮਿਲ ਗਿਆ ਹੈ। ਕੈ ਬਾਸ ਆਇਓ ਭਗਤ ਬਛਲ, ਭਗਤੀ ਕਰਨ ਵਾਲੇ ਭਗਤਾਂ ਦਾ ਪਿਆਰਾ ਪਰਮੇਸ਼ਰ ਉਹਨਾਂ ਦੇ ਅਧੀਨ ਵਸ ਵਿੱਚ ਆਇਆ ਹੈ। ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ, ਰਾਖੀਆਨ ਸੰਤਾਨੀ, ਜਿਨ੍ਹਾਂ ਨੇ ਸੰਤਾਂ ਦੀ ਇੱਜ਼ਤ, ਸੰਤਾਂ ਦੀ ਵਡਿਆਈ ਰੱਖੀ ਹੈ ਜਾਂ ਸੰਤ ਪੁਣੇ ਦੀ ਟੇਕ ਰੱਖੀ ਹੈ। ਕਹੂ ਨਾਨਕ ਹਰ ਸੰਗ ਮਨ ਮਾਨਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਹੁਣ ਹਰੀ ਪਰਮੇਸ਼ਰ ਦੇ ਨਾਲ ਸਾਡਾ ਮਨ, ਸਾਡਾ ਚਿੱਤ ਮੰਨ ਗਿਆ ਹੈ। ਚੂਕੀ ਕਾਣ ਲੋਕਾਨੀ, ਹਰ ਲੁਕਾਈ ਦੀ ਕਾਣ ਕਰੋੜ ਵੀ ਸਾਰੀ ਚੁੱਕੀ ਗਈ ਹੈ। ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਗ ਨਾ ਭਤੀਜੈ ਤੋ ਕਿਆ ਕੀਜੈ। ਮਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਆਪ ਮੇਰੋ
ਪੰਚਾਂ ਤੇ ਸੰਗ ਟੂਟਾ। ਹੁਣ ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਵਿਕਾਰ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਸਨ, ਇਹਨਾਂ ਤੋਂ ਸਾਥ ਟੁੱਟ ਗਿਆ ਹੈ। ਦਰਸ਼ਨ ਦੇਖ ਭਏ ਮਨ ਆਨੰਦ। ਗੁਰਾਂ ਦਾ ਦਰਸ਼ਨ ਦੀਦਾਰ ਵੇਖ ਕੇ ਚਿੱਤ ਵਿੱਚ ਆਨੰਦ ਹੀ ਆਨੰਦ ਹੋ ਗਿਆ ਹੈ। ਆਨੰਦ ਕਹਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖਿਆੜਾ ਮੈਂ ਹਰ ਰਸ ਮੀਠਾ ਰਾਮ। ਕਿਰਪਾ ਤੇ ਛੂਟਾ। ਹਰ ਗੁਰਾਂ ਦੀ ਕਿਰਪਾ ਮਿਹਰ ਤੋਂ ਵਿਸ਼ਿਆਂ ਦਾ ਸੰਗ ਵਿਸ਼ਿਆਂ ਦਾ ਸਾਥ ਛੁੱਟ ਗਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਵਿਖਮ ਥਾਨ ਬਹੁਤ ਬਹੁਤ ਹਰੀਆ। ਜੋ ਬੜੇ ਕਠਿਨ ਸਥਾਨ ਪੰਜਾਂ ਕੋਸ਼ਾਂ ਰੂਪੀ ਹਨ ਜਾਂ ਅਗਿਆਨ ਆਦਿਕ ਦੇ ਨੇ, ਬਹੁਤ ਤੋਂ ਬਹੁਤ ਵਾਸ਼ਨਾ ਰੂਪੀ ਪੱਖ ਸਨ ਜਾਂ ਪੱਖਾਂ ਵਿੱਚ ਪਾਉਣ ਵਾਲੀਆਂ ਵਾਸ਼ਨਾਵਾਂ ਸਨ। ਅਨਖ ਰਾਖ ਸੁਰੂਟਾ। ਅਨੇਕਾਂ ਕਾਮ ਕ੍ਰੋਧ ਰੂਪ ਸੂਰਮੇ ਰਾਖੇ ਬਣੇ ਖੜੇ ਸਨ। ਬਿਖਮ ਗਾਰ ਕਰ ਪਹੁੰਚੈ ਨਾਹੀ। ਜੋ ਦੇਹ ਅਧਿਆਸ ਰੂਪ ਕਠਿਨ ਗੜੀ ਸੀ, ਇਸ ਕਰਕੇ ਅੱਗੇ ਪਰਮੇਸ਼ਰ ਵੱਲ ਪਹੁੰਚਿਆ ਨਹੀਂ ਸੀ ਜਾਂਦਾ। ਅੰਤ ਸਾਨਥ ਭਏ ਲੂਟਾ। ਪਰ ਜਦ ਸਿਮਰਨ ਭਜਨ ਕਰਨ ਵਾਲੇ ਮਹਾਤਮਾ ਜਨਾਂ ਦਾ ਸੰਗ ਪ੍ਰਾਪਤ ਹੋ ਗਿਆ, ਤਦ ਇਹਨਾਂ ਸਭ ਵਿਕਾਰਾਂ ਨੂੰ ਲੁੱਟ ਲਿਆ। ਭਾਵ ਆਸੁਰੀ ਸੰਪਦਾ ਦੀ ਨਿਵਰਤੀ ਕਰਕੇ ਦੇਵੀ ਸੰਪਦਾ ਨੂੰ ਧਾਰਨ ਕਰ ਲਿਆ ਹੈ। ਬਹੁਤ ਖਜ਼ਾਨੇ ਮੇਰੇ ਪਾਲੈ ਭਰਿਆ। ਅਤਿਅੰਤ ਸ਼ੁਭ ਗੁਣਾ ਰੂਪ ਖਜ਼ਾਨੇ ਭੰਡਾਰੇ ਮੇਰੇ ਹਿਰਦੇ ਰੂਪ ਪੱਲੇ ਦੇ ਵਿੱਚ ਪਏ ਹਨ। ਮੋਲ ਲਾਲ ਆਖੂਟਾ। ਅਤੇ ਮੁੱਕਣ ਤੋਂ ਰਹਿਤ ਅਮੋਲਕ ਪਿਆਰੇ ਪਰਮੇਸ਼ਰ ਦਾ ਪਿਆਰ ਮਿਲਿਆ ਹੈ। ਧੰਨ ਨਾਨਕ ਪ੍ਰਭ ਕਿਰਪਾ ਧਾਰੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਮੇਰੇ ਦਾਸ ਤੇ ਪਰਮੇਸ਼ਰ ਨੇ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ, ਮਨ ਮਹਿ ਹਰ ਰਸ ਘੂਟਾ। ਤਦ ਮੇਰੇ ਚਿੱਤ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਰੂਪ ਪ੍ਰੇਮ ਰੂਪ ਰਸ ਦੇ ਘੁੱਟ ਨੂੰ ਭਰਨਾ ਕੀਤਾ। ਭਾਵ ਘੁੱਟਾਂ ਭਰ ਕੇ ਨਾਮ ਦਾ ਪ੍ਰੇਮ ਦਾ ਰਸ ਪੀਤਾ। ਮਾਰਗ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਬਖਸ਼ਿਸ਼ ਰਹਿਮਤ ਵਰਤਾ ਰਹੇ ਹਨ। ਅਬ ਮੇਰੋ ਠਾਕੁਰ ਸਿਉ ਮਨ ਲੀਨਾ। ਹੁਣ ਇਸ ਕਾਲ ਵਿੱਚ ਮੇਰਾ ਮਾਲਕ ਪਰਮੇਸ਼ਰ ਦੇ ਨਾਲ ਚਿੱਤ ਲੀਨ ਹੋ ਗਿਆ ਹੈ। ਆਨੰਦਾਨ ਗੁਰ ਪੂਰੈ ਦੀਆ। ਜਦ ਪ੍ਰਾਣਾਂ ਦੇ ਆਸਰਾ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਨਾਮ ਦਾ ਗਿਆਨ ਦਾ ਦਾਨ ਪੂਰਨ ਸਤਿਗੁਰਾਂ ਨੇ ਮੈਨੂੰ ਬਖਸ਼ਿਸ਼ ਕਰ ਦਿੱਤਾ ਹੈ। ਜਾਇਓ ਜਿਉ ਜਲ ਮੀਨਾ। ਤਦ ਮੇਰਾ ਮਨ ਇਉਂ ਪਰਮੇਸ਼ਰ ਨਾਲ ਉਲਝ ਗਿਆ, ਮਿਲ ਗਿਆ, ਜਿਵੇਂ ਪਾਣੀ ਵਿੱਚ ਮੱਛੀ ਦਾ ਚਿੱਤ ਮਿਲਿਆ ਹੁੰਦਾ ਹੈ। ਵਿਸ਼ਰਾਮ ਦੀ ਕਰ ਫਰਮਾਨ ਕਰਦੇ ਨੇ। ਆਮ ਕ੍ਰੋਧ ਲੋਭ ਮਦ ਮਤ ਸਰ। ਕਾਮ ਮੰਦ ਵਾਸ਼ਨਾ ਦਾ ਨਾਮ ਹੈ, ਭੈੜੇ ਫੁਰਨਿਆਂ ਦਾ ਵਿਸ਼ੇ ਵਿੱਚ ਲਾ ਕੇ ਜੀਵਨ ਦੀ ਸੁਭਾਅ ਨੂੰ ਖਰਾਬ ਕਰਨ ਵਾਲਾ ਹੈ। ਚਿੱਤ ਦੀ ਬਿਰਤੀ ਨੂੰ ਤੀਖਣ ਕਰਨ ਵਾਲਾ ਕ੍ਰੋਧ ਹੈ, ਗੁੱਸਾ ਹੈ। ਪਦਾਰਥਾਂ ਦਾ ਜੋ ਲੋਭ ਲਾਲਚ ਤੇ ਗੁਣਾਂ ਦਾ ਮਦ ਹੰਕਾਰ ਤੇ ਮਤਸਰ ਈਰਖਾ ਕਰਨੀ,
ਇਹ ਅਰਪ ਸਗਲ ਦਾਨ ਕੀਨਾ। ਇਹ ਸਾਰਾ ਕੁਝ ਗੁਰਾਂ ਦੇ ਚਰਨਾਂ ਦੀ ਭੇਟਾ ਕਰਕੇ ਦਾਨ ਦੇਣਾ ਕੀਤਾ ਹੈ। ਭਾਵੇਂ ਇਹਨਾਂ ਵਿਕਾਰਾਂ ਨੂੰ ਸਦਾ ਹੀ ਲਈ ਤਿਆਗ ਦੇਣਾ ਕੀਤਾ ਹੈ। ਇਹਨਾਂ ਸਭਨਾਂ ਦੀ ਨਿਵਰਤੀ ਕਰਨ ਵਾਲਾ ਗੁਰਾਂ ਨੇ ਮੈਨੂੰ ਨਾਮ ਦਾ ਬ੍ਰਹਮ ਗਿਆਨ ਦਾ ਦਾਨ ਅਰਪ ਦੇਣਾ ਕੀਤਾ ਹੈ। ਭਾਵ ਕਾਮ ਦੀ ਨਿਵਰਤੀ ਵਾਸਤੇ ਵਸਤੂ ਵਿਚਾਰ, ਕ੍ਰੋਧ ਦੀ ਨਿਵਰਤੀ ਵਾਸਤੇ ਸ਼ਾਂਤੀ, ਲੋਭ ਦੀ ਨਿਵਰਤੀ ਵਾਸਤੇ ਸੰਤੋਖ, ਹੰਕਾਰ ਦੀ ਨਿਵਰਤੀ ਵਾਸਤੇ ਨਿਮਰਤਾ, ਈਰਖਾ ਦੀ ਨਿਵਰਤੀ ਵਾਸਤੇ ਸਮਤਾ ਆਦਿਕ ਦਾ ਦਾਨ ਦੇਣਾ ਕੀਤਾ ਹੈ। ਅੰਤਰ ਦ੍ਰਿੜਾਈ ਹਰ ਔਖਦ ਗੁਰ ਦਿਓ। ਜਦੋਂ ਸਤਿਗੁਰਾਂ ਨੇ ਅਗਿਆਨ ਆਦਿਕ ਰੋਗਾਂ ਦੀ ਨਿਵਰਤੀ ਵਾਸਤੇ ਪਰਮੇਸ਼ਰ ਦਾ ਨਾਮ ਰੂਪੀ ਮੰਤਰ, ਜਿਹਨੂੰ ਗਾਰੜੂ ਮੰਤਰ ਕਹਿੰਦੇ ਨੇ, ਜਿਵੇਂ ਸੱਪਾਂ ਦੀ ਜ਼ਹਿਰ ਮਿਟਣ ਲਈ ਗਾਰੜੂ ਮੰਤਰ ਹੁੰਦਾ, ਇਉਂ ਅਗਿਆਨ ਆਦਿਕ ਰੋਗਾਂ ਦੀ ਨਿਵਰਤੀ ਲਈ ਔਖਦ ਹਰਿ ਕਾ ਨਾਮ ਹੈ। ਮਹਾਰਾਜ ਦਾ ਨਾਮ ਦਵਾਈ ਹੈ। ਕਾਮ ਆਦਿਕ ਸੱਪਾਂ ਦੀ ਵਿਸ਼ੇ ਜ਼ਹਿਰ ਮਿਟਣ ਲਈ ਇਹ ਗਾਰੜੂ ਮੰਤਰ, ਗੁਰ ਮੰਤਰ। ਦੁੱਖ ਕਲੇਸ਼ ਨ ਬਹੁ ਵਿਆਪੈ, ਗੁਰ ਮੰਤਰ ਹਿਰਦੈ ਹੋਏ, ਇਹ ਦ੍ਰਿੜ ਪਰਪੱਕ ਕਰਵਾਇਆ ਹੈ। ਹਉ ਮਿਲਿਓ ਸਗਲ ਪ੍ਰਬੀਨਾ। ਤਾਂ ਜੋ ਪ੍ਰਬੀਨਾ ਚਤੁਰ, ਸਾਰਿਆਂ ਦੇ ਘਾਟਾਂ ਘਟਾਂ ਦੀ ਪ੍ਰਬੀਨਾ ਪੂਰੀ ਤਰ੍ਹਾਂ ਜਾਣਕਾਰੀ ਰੱਖਣ ਵਾਲਾ ਅੰਤਰਜਾਮੀ ਪਰਮੇਸ਼ਰ ਹੈ, ਸਾਰਿਆਂ ਤੋਂ ਚਤੁਰ ਹੈ, ਉਹ ਅੰਤਰਜਾਮੀ ਪਰਮੇਸ਼ਰ ਮਿਲ ਪਿਆ ਹੈ। ਜਦ ਸਤਿਗੁਰਾਂ ਨੇ ਦਵਾਈ ਦਿੱਤੀ ਹੈ ਵਾਹਿਗੁਰੂ ਨਾਮ ਦੀ, ਤੇ ਮੈਂ ਹਉਮੈ ਦੇ ਰੋਗ ਤੋਂ ਰਹਿਤ ਹੋ ਗਿਆ। ਹਉਮੈ ਦੀਰਘ ਰੋਗ, ਹਰ ਜੀਉ ਅਹੰਕਾਰ ਨਾ ਭਾਵਈ, ਜਿਹੜਾ ਅਹੰਕਾਰ ਮਨ ਨੂੰ ਚੰਗਾ ਨਹੀਂ ਸੀ ਲੱਗਦਾ, ਉਹ ਜਦ ਦੂਰ ਹੋ ਗਿਆ ਤਾਂ ਸਾਰਿਆਂ ਤੋਂ ਸਿਆਣਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ। ਬ੍ਰਿਹੁਦੀਰਾ ਤੋ ਠਾਕੁਰ ਮੇਰਾ। ਇਹ ਪਰਮੇਸ਼ਰ, ਇਹ ਸਰੀਰ ਰੂਪੀ ਘਰ ਜਾਂ ਅੰਤਕਰਨ ਰੂਪੀ ਘਰ ਤੇਰਾ ਹੈ, ਤੇ ਤੂੰ ਹੀ ਮੇਰਾ ਮਾਲਕ ਸੁਆਮੀ ਹੈ। ਗੁਰ ਹੋ ਖੋਈ ਪ੍ਰਭ ਦੀਨਾ। हे ਪ੍ਰਭੂ ਪਰਮੇਸ਼ਰ, ਸਤਿਗੁਰਾਂ ਨੇ ਮੇਰੀ ਹਉਮੈ ਗਵਾ ਦਿੱਤੀ, ਦੂਰ ਕਰ ਦਿੱਤੀ ਹੈ, ਔਰ ਤੇਰੇ ਨਾਲ ਮਿਲਾ ਦਿੱਤਾ ਹੈ। ਹੋ ਨਾਨਕ ਮੈਂ ਸਹਿਜ ਘਰ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪਰਮੇਸ਼ਰ, ਮੈਂ ਗੁਰ ਕਿਰਪਾ ਦੁਆਰਾ ਸੁਤੇ ਸਿਧ ਹੀ ਸਰੂਪ ਰੂਪੀ ਜਾਂ ਅਚੁੱਤ ਸੁਖ ਰੂਪ ਘਰ ਨੂੰ ਪਾ ਲਿਆ ਹੈ। ਭਗਤ ਭੰਡਾਰ ਖਜ਼ੀਨਾ। ਕਿਉਂਕਿ हे ਪਰਮੇਸ਼ਰ, ਜੋ ਤੇਰੀ ਭਗਤੀ ਦਾ ਖਜ਼ਾਨਾ ਹੈ, ਇਸ ਦਾ ਮੈਨੂੰ ਗੁਰਾਂ ਨੇ ਖਜ਼ਾਨਚੀ ਨੂੰ ਬਣਾ ਦਿੱਤਾ ਹੈ, ਜਾਂ ਤੇਰੇ ਭਗਤੀ ਰੂਪ ਖਜ਼ਾਨੇ ਦੀ ਪ੍ਰਾਪਤੀ ਕਰਕੇ ਮੇਰਾ ਹਿਰਦਾ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਬਣ ਗਿਆ ਹੈ। ਮਾਰਗ ਮਹਲਾ ਪੰਜਵਾ। ਸਾਰੰਗ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਮੋਹਨ ਇਹ ਭਗਤਾਂ ਦੇ ਚਿੱਤ ਨੂੰ ਮੋਹਿਤ ਕਰਨ ਵਾਲੇ ਜਾਂ ਮਾਇਆ ਦੇ ਮੋਹ ਨੂੰ ਹਰਨ ਵਾਲੇ ਪਰਮੇਸ਼ਰ। ਸਭ ਜੀ ਤੇਰੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ। ਹਿੰਦੂ, ਤੁਰਕ, ਕੁਰਾਫ ਜੀ, ਇਮਾਮ ਸਾਫੀ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਤੁਰਕ ਹੈ, ਕੋਈ ਵੀ ਧਰਮ ਦਾ ਹੈ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਵੋ। ਜਿਹੜੀ ਮਨੁੱਖਾ ਜਾਤ, ਉਹ ਸਭ ਇੱਕ ਰੱਬ ਨੇ ਹੀ ਪੈਦਾ ਕੀਤੀ ਹੈ, ਬਣਾਈ ਹੈ। ਧਰਮ ਤਾਂ ਇਹ ਜਿਹੜੀ ਅੱਜ ਕੱਲ੍ਹ ਦੇ ਨੇ, ਉਹ ਤਾਂ ਬੰਦੇ ਦੇ ਆਪਣੇ ਹੀ ਨੇ। ਮਤਲਬ ਕੋਈ ਸੁੰਨਤ ਕਰਕੇ ਮੁਸਲਮਾਨ ਬਣ ਜਾਂਦਾ, ਕਿਤੇ ਲਬਾਂ ਕਟਾ ਕੇ ਕੋਈ ਆਪਦੇ ਸਿਰ ਨੂੰ ਵਢਾ ਕੇ ਹਿੰਦੂ ਬਣ ਜਾਂਦਾ,
ਧਰਮ ਤਾਂ ਵਾਹਿਗੁਰੂ ਦਾ ਇੱਕ ਹੀ ਹੈ, ਉਹ ਹੈ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕੇਸਾਧਾਰੀ ਮੁਹੰਮਦ ਸਾਹਿਬ ਉਹ ਕੇਸਾਧਾਰੀ ਸੀਗੇ, ਈਸਾ ਜੀ ਵੀ ਕੇਸਾਧਾਰੀ ਸੀਗੇ। ਇਹ ਵਾਹਿਗੁਰੂ ਦਾ ਨਾਮ ਜਪਣਾ ਹੀ ਧਰਮ ਹੈ, ਤੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਨੇ, ਧਰਮ ਦੇ ਨਾਮ 'ਤੇ ਅਸੀਂ ਵੰਡੀਆਂ ਪਾਈਆਂ ਹੋਈਆਂ। ਸੋ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰਲੋਚਨ ਭਗਤ ਰਾਮਾਨੰਦ ਜੀ ਕੱਟੜ ਬ੍ਰਾਹਮਣ ਸੀਗੇ, ਕੱਟੜ ਹਿੰਦੂ ਸੀਗੇ। ਵੇਖੋ ਉਹਨਾਂ ਦੀ ਬਾਣੀ ਵੀ ਦਰਜ ਹੋਈ, ਕਿਉਂਕਿ ਉਹ ਵਾਹਿਗੁਰੂ ਦਾ ਨਾਮ ਜਪਦੇ ਸੀ। ਜ਼ਰੂਰੀ ਨਹੀਂ ਵੀ ਕੋਈ ਵਾਹਿਗੁਰੂ ਜਪੇ। ਰਾਮਾਨੰਦ ਦਾ ਗੁਰ ਮੰਤਰ ਤਾਂ ਰਾਮ ਹੀ ਸੀਗਾ। ਜਿੰਨੇ ਸੰਤ ਭਗਤ ਨੇ, ਕਿਸੇ ਨੇ ਵਾਹਿਗੁਰੂ ਥੋੜ੍ਹਾ ਜਪਿਆ। ਧੰਨੇ ਨੇ ਕੀ ਜਪਿਆ ਦੱਸੋ? ਜੋ ਉਹਦੇ ਗੁਰੂ ਨੇ ਦਿੱਤਾ ਉਹਨੇ ਉਹੀ ਜਪਿਆ। ਤਰਲੋਚਨ ਜੀ ਨੇ, ਨਾਮਦੇਵ ਜੀ ਨੇ ਬੀਠਲ ਜਪਿਆ, ਕਬੀਰ ਜੀ ਨੇ ਰਾਮ ਜਪਿਆ, ਫਰੀਦ ਨੇ ਵੀ ਵਾਹਿਗੁਰੂ ਥੋੜ੍ਹਾ ਆਖਿਆ ਹੋਊਗਾ। ਉਹਦੇ ਗੁਰੂ ਨੇ ਜੋ ਉਹਨੂੰ ਜਪਾਇਆ ਉਹਨੇ ਉਹ ਜਪਿਆ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭਨਾਂ ਨੂੰ ਮਿਲੇ, ਔਰ ਉਹਨਾਂ ਨੂੰ ਆਪ ਦਾ ਸਿਧਾਂਤ ਬਖਸ਼ ਕੇ, ਆਪ ਦਾ ਗੁਰ ਮੰਤਰ ਬਖਸ਼ ਕੇ, ਤੇ ਨਿਰਗੁਣ ਤੇ ਸਰਗੁਣ ਦੀ ਅਭੇਦਤਾ ਕਰਾਈ। ਇਹ ਉਹ ਸਰਗੁਣ ਚੋਂ ਨਿਰਗੁਣ ਬ੍ਰਹਮ ਚ ਲੈ ਕੇ ਗਏ। ਇਸ ਲਈ ਜੋ ਵੀ ਪ੍ਰਭੂ ਦਾ ਨਾਮ ਜਪਦਾ ਹੈ, ਹੁਣ ਸਾਈਂ ਮੀਆਂ ਮੀਰ ਸੀਗਾ, ਉਹ ਵੇਖੋ ਸਾਧ ਸੰਗਤ ਜੀ ਗੁਰੂ ਘਰ ਦਾ ਸ਼ਰਧਾਲੂ ਬਣਿਆ। ਜਿਹੜੀ ਬੀਬੀ ਕੌਲਾਂ ਸੀਗੀ, ਉਹ ਮੀਆਂ ਮੀਰ ਕੋਲ ਹੀ ਤਾਂ ਜਾ ਕੇ ਤੇ ਗੁਰੂ ਘਰ ਦੀ ਸ਼ਰਧਾਲੂ ਬਣੀ। ਸਾਈਂ ਮੀਆਂ ਮੀਰ ਜੀ ਡੇਲੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਸੀਗੇ। ਬੀਬੀ ਕੌਲਾਂ ਉੱਥੇ ਸੁਣਦੀ ਹੁੰਦੀ ਸੀ, ਉਹਨੂੰ ਵੀ ਯਾਦ ਹੋ ਗਿਆ। ਇੰਜ ਗੁਰੂ ਘਰ ਦੇ ਵਿੱਚ ਕੋਈ ਵੀ ਹੈ, ਪ੍ਰਭੂ ਦਾ ਨਾਮ ਜਪਣ ਵਾਲਾ ਉਹ ਪ੍ਰਵਾਨ ਹੈ। ਇਹ ਮਹਾਰਾਜ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਤੂੰ ਤਾਰ ਹੈ ਔਰ ਤੂੰ ਹੀ ਇਹਨਾਂ ਜੀਵਾਂ ਨੂੰ ਗੁਰੂ ਉਪਦੇਸ਼ ਦੁਆਰਾ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਸੰਘਾਰ ਨਿਮਖ ਕਿਰਪਾ ਤੇ। ਇਹ ਪਰਮੇਸ਼ਰ ਤੇਰੀ ਛਿਨ ਮਾਤਰ ਕੀਤੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਜੰਮਣਾ ਤੇ ਮਰਨਾ ਛੁੱਟ ਜਾਂਦਾ ਹੈ, ਜਾਂ ਸੰਘਾਰਨ ਵਾਲੇ ਅਗਿਆਨ ਕਾਲ ਤੋਂ ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਛੁੱਟ ਜਾਈਦਾ ਹੈ, ਜਾਂ ਸੰਘਾਰ ਸਮੂਹ ਆਸੁਰੀ ਸੰਪਦਾ ਤੋਂ ਛੁੱਟ ਜਾਈਦਾ ਹੈ। ਝੂਠ ਬ੍ਰਹਮੰਡ ਉਧਾਰ ਹੈ ਅਤੇ ਤੂੰ ਹੀ ਕਰੋੜਾਂ ਬ੍ਰਹਮੰਡਾਂ ਨੂੰ ਤਾਰਨ ਵਾਲਾ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲ ਨਿਤਸਾਰ ਸਮਲ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਇਹ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ, ਕੱਲ ਤਾਰਨ ਗੁਰੂ ਨਾਨਕ ਆਇਆ। ਤੂੰ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇਸ ਸੰਸਾਰ ਤੇ ਅਵਤਰਿਆ ਹੈ। ਅਰ ਜੀਤੀ ਨੋਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ, ਤੇ ਸਾਰੀ ਧਰਤੀ ਦੇ ਉੱਪਰ ਆਪ ਨੇ ਜੀਆਂ ਨੂੰ ਤਾਰਨਾ ਕੀਤਾ ਹੈ। ਸ਼ਰਾਮ ਦੇ ਘਰ ਫਰਮਾਨ ਕਰਦੇ ਨੇ, ਹੈ ਅਰਦਾਸ ਬਹੁਤ ਬੇਨੰਤੀ। हे ਪਰਮੇਸ਼ਰ, ਮੈਂ ਤੇਰੇ ਚਰਨਾਂ ਦੇ ਅੱਗੇ ਅਤਿਅੰਤ ਅਰਜ਼ੋਈ ਰੂਪ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਅਰਦਾਸ ਦੀ ਡੈਫੀਨੇਸ਼ਨ ਕੀ, ਪਰਿਭਾਸ਼ਾ ਕੀ ਹੈ? ਅਰਜ ਪਲੱਸ ਦਾਸ ਇਕੁਅਲ ਟੂ ਅਰਦਾਸ। ਅਰਜ ਨਾਮ ਹੈ ਬੇਨਤੀ ਦਾ, ਦਾਸ ਨਾਮ ਹੈ ਨਿਮਰਤਾ ਦੇ ਵਿੱਚ ਦਾਸਾ ਭਾਵ ਧਾਰ ਕੇ ਕੀਤੀ ਹੋਈ ਬੇਨਤੀ ਦਾ ਨਾਮ ਅਰਦਾਸ ਹੈ। ਅਰਦਾਸੀਏ ਦੇ ਗਲ ਵਿੱਚ ਸਭ ਤੋਂ ਪਹਿਲਾਂ ਤਾਂ ਪਰਨਾ ਹੋਣਾ ਚਾਹੀਦਾ। ਜਿਹਦੇ ਗਲ 'ਚ ਪਰਨਾ ਨਹੀਂ ਹੈ ਤੇ ਉਹ ਗੁਰਦੁਆਰੇ ਦਾ ਕਹਿੰਦਾ ਮੈਂ ਸੇਵਾਦਾਰ ਹਾਂ ਜਾਂ ਮੈਂ ਕੋਈ ਗ੍ਰੰਥੀ ਹਾਂ, ਮੇਰੇ ਖਿਆਲ ਮੁਤਾਬਕ ਉਹ ਤਾਂ ਆਮ ਇਨਸਾਨ ਵੀ ਨਹੀਂ ਹੋ ਸਕਦਾ।
क्योंकि गुरुद्वारे के ग्रंथी गुरुद्वारे के सेवादार उही गल च परना नहीं पाउणगे। हरमंदर साहिब दे जो रागी सिंह ने वो गल च परना पा के कीर्तन करते। अजकल साडा टौर टपक्का ही नहीं मान, परने नाल पता नहीं साडी टौर घट जाती है। तो जब परफॉर्मेंस देनी है संगत दे विच बैठ के, परना एक निम्रता की निशानी है। मर्यादा दे विच तां है ही है भी कोई भी शरीर ते खार शादक होवे ते हथ लाउण दी बजाए परने दे नाल ही वरतों व्यवहार किया जाए। ये तो गल 2 नंबर दी है। पहले नंबर तो निम्रता है। तो इस वास्ते जिहड़ी निम्रता है वो बहुत ज़्यादा जरूरी है, खास करके अरदासीए दे कोल सत संतोख होवे अरदास, और उहदे कोल एक सत होवे एक संतोख होवे। ये 2 टके उहदे कोल होण, सत ते संतोख दे। ਜਿਹੜੇ ਪ੍ਰਤੱਖ पैसे ने प्रतख माया की महाराज ਨੂੰ ਲੋੜ नहीं, एक तो निम्रता की लोड़ है, दूसरा गुणों की लोड़ है। जे अरदासीए दे मन च ध्यान ही पैसे का भी मैं अरदास करूँगा मैनू 500 रुपया मिलूगा, दसो दी अरदास सुनी की जाऊगी। वो तो आपका ध्यान ही बेचारे का पैसे विच जुड़िया नहीं, जब वह ही नहीं जुड़िया फिर दूजे की की प्रवान होगी। तो इसलिए अरदास की बिल्कुल माया नहीं होनी चाहिए। हाँ कोई खुशी नाल आपदी मर्जी नाल जिस तरह मर्जी भावें कोई कर दे, तो पर यदि कोई फिक्स नहीं होनी चाहिए कि जिहड़ा उहदे मन च लालच होवे भी मैं करूँगा तो मैनूं इन्ने मिलणगे। तो अरदासिया जिहड़ा निष्कामी होना चाहिए है, संतोखी होना चाहिए है। जो कुछ मिल जाए वाहिगुरू वालों मिलिया जाणगे, किसी ना मोह ना करे कि मैं किसी की अरदास की उन्हें मैनूं आ दिता। कोई कौन है देण वाला, परमात्मा ने ही सब कुछ बख्शिश किया है। एक सत परतगी होवे, झूठ ना बोले। जे अरदासीआ ही झूठ बोलन लग पिया तो फिर दूजिਆਂ ਦਾ की बनूगा। ये सच बोले, झूठ वाले पलड़े दे पासे ना चुके, सच की अरदास करे। झगड़े च तो पैना चाहिए ही नहीं। तो फिर भी जे किते एमरजेंसी किसी के प्रभाव हेठ आ के अरदास करनी भी पवे तो किसी के बुरे की करन की बजाय नानक नाम चढ़दी कला तेरे भाणे सरबत के भले की अरदास होवे। इसलिए ये गुण होने चाहिए ने अरदासीए दे कोल। एक तो गल च पढ़ना तो मन निम्रता च नीवा होवे, दूसरा सत परतगी होवे, झूठ ना बोले, तीसरा संतोखी होवे, लालची ना होवे। ये गुरु जी ने आप लिख के दिता है। महाराज कहते सत संतोख होवे अरदास। जे सत ते संतोख दे टके लैके आवे तां अरदास हुंदी है। ता सुन सद बहाले पास, ता महाराज सद के आपदे कोल पास बिठाल दे इहो कर है अरदास। महाराज मैं निम्रता दे विच अर्ज प्लस दास, दासा भावता के अर्ज अरजोई अरदास करदा हाँ जी। और बहुत बेनंदी अरदास दे विच मैं बड़ियां बेनतियां करदा कि मैनू सिक्खी दा नाम दान ते भरोसा दान, विसाह दान, दाना सिर दान, नाम दान, श्री अमृतसर साहब जी के दर्शन इशनान। ये अरदास दे विच मैं बेनतियां करदा हाँ जी। इसी प्रकार है अरदास बहुत बेनती। मन करके बेनती करना ते बाणी करके भी बहुत बेनतियां अरदासा करदा हाँ कि ऐसी कृपा मोहे करो। जोड़े थोड़े चरण ने तुमरे चरण हमारे माता नैन दर्श तन धूर भरो। साढ़े मत्थे ते आपदे चरण होण, मत्था मतलब अंतशकरण विच बाणी नाम रूपी चरण वसे होण ते अखां दे नाल तेरे दर्शन करिए। ते साढ़े शरीर दे उपर तपड़ झाड़ विछाए धूड़ी नहाया। सत्संग की तूर परी उड नेतरी। साड़ी अखां च साढ़े शरीर ते आपदी संगत दी चरण की धूड़ पैंदी रहे जी। यही महाराज मैं बेनती करदा हाँ।
ਨਿਮਖ ਨਿਮਖ ਸਮਾਰਹਿ। ਅਰ ਛਿਨ ਛਿਨ ਕਾਲ ਵਿੱਚ ਤੇਰੇ ਨਾਮ ਨੂੰ ਸੰਭਾਲਣਾ ਕਰ। ਉਹ ਕਿਰਪਾਲ ਦੀਨ ਦੁਖ ਭੰਜਨ। ਇਹ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਮੇਰੇ ਉੱਪਰ ਕਿਰਪਾਲੂ ਹੋਣਾ ਕਰੋ। ਹੋ ਦਇਆਲ ਦਰਸ਼ਨ ਦੇਖੋ ਆਪਣਾ, ਐਸੀ ਬਖਸ਼ ਕਰੀ ਜੈ, ਐਸੀ ਦਇਆ ਮੋਹਿ ਕਰੋ ਕਿਰਪਾ, ਐਸੀ ਕਿਰਪਾ ਮੋਹਿ ਕਰੋ। हे ਮਹਾਰਾਜ ਮੇਰੇ ਤੇ ਇਹੋ ਜੀ ਕਿਰਪਾ ਕਰੋ। ਤੇ ਤੁਮਰੇ ਚਰਨ ਹਮਾਰੇ ਮਾਤਾ ਨੈਣ ਦਰਸਦਨ ਦੂਰ ਪਰੋ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ। ਹਾਹੀ ਨੂੰ ਔਂਕੜ ਹੈ, ਪਹਿਲਾਂ ਹਾਹੀ ਨੂੰ ਔਂਕੜ ਹੈ, ਫਿਰ ਹਾਹਾ ਮੁਕਤਾ। ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ। ਇਥੇ ਹਾਹਾ ਮੁਕਤਾ ਹੈ। ਇਉਂ ਹੀ ਮਹਾਰਾਜ ਆਪ ਸਾਡੇ ਤੇ ਕਿਰਪਾਲੂ ਹੋ ਜੀ, ਕਿਰਪਾ ਕਰੋ दीन के दाते। मेरा गुण अवगण न विचारो कोई, माटी का क्या तो है स्वामी, मानस की गत ही। ਦੀਨ ਦੁਖ ਭੰਜਨ। ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਨਿਮਰਤਾ ਵਾਲਿਆਂ ਦੇ ਦੁੱਖ ਖਤਮ ਕਰ ਦਿੰਦਾ ਹੈ। ਹਾਥ ਦੇ ਨਿਸਤਾਰ ਹੈ। ਪਰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਪਰਪੰਚ ਤੋਂ ਤਾਰਨਾ ਕਰੋ, ਜਾਂ ਅਵਿਦਿਆ ਤੋਂ ਵਿਸ਼ੇਸ਼ ਕਰਕੇ ਭਲੀ ਪ੍ਰਕਾਰ ਤਾਰਨਾ ਕਰੋ। ਆਏ ਭੂਪਤ ਬਪਰੇ ਕਹੀਆ ਹੈ। ਇਹ ਪਰਮੇਸ਼ਰ, ਇਹ ਜੋ ਵਿਚਾਰੇ ਰਾਜੇ ਪ੍ਰithvi ਦੇ ਪਤੀ ਮਾਲਕ ਕਹੀਦੇ ਨੇ, ਜਗੀਰਦਾਰ ਜ਼ਿਮੀਂਦਾਰ ਮੰਤਰੀ ਸ਼ੰਤਰੀ, ਇਹ ਸਭ ਤੇਰੇ ਹੁਕਮ ਤੋਂ ਬਗੈਰ ਦੱਸ ਹੋਏ ਕਿਸਨੂੰ ਮਾਰ ਹੈ। ਕਿਸ ਨੂੰ ਮਾਰ ਸਕਦੇ, ਭਾਵ ਕਿਸੇ ਨੂੰ ਵੀ ਨਹੀਂ ਮਾਰ ਸਕਦੇ। ਰਾਖ 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 ਸੁਖ ਦਾਤੀ। ਇਹ ਸੁੱਖਾਂ ਨੂੰ ਦੇਣ ਵਾਲੇ ਪਰਮੇਸ਼ਰ ਮੇਰੀ ਰੱਖਿਆ ਕਰ ਲੋ, ਰੱਖਿਆ ਕਰ ਲੋ ਜੀ, ਮੇਰੀ ਰੱਖਿਆ ਕਰ ਲੋ। ਸਭ ਨਾਨਕ ਜਗਤ ਤੁਮਾਰਾ ਹੈ। ਇਹ ਮੈਂ 3 ਵਾਰ ਪ੍ਰਤਿਗਿਆ ਨਾਲ ਕਹਿ ਰਿਹਾ ਹਾਂ, ਇਹ ਸਾਰਾ ਜਗਤ ਤੇਰਾ ਹੀ ਪੈਦਾ ਕੀਤਾ ਹੋਇਆ ਤੇ ਤੂੰ ਹੀ ਇਸ ਦੀ ਰੱਖਿਆ ਕਰਨ ਵਾਲਾ ਹੈ। ਕੌਣ ਹੈ ਜਿਹੜਾ ਕਿਸ ਨੂੰ ਕੋਈ ਮਾਰ ਸਕਦਾ? ਮਾਨਸ ਕੀ ਕੋ ਕੇਤਕ ਬਾਤ, ਜਮ ਤੇ ਰੱਖੈ ਦੇ ਕਰ ਹਾਥ। ਮਾਨਸ ਜਤਨ ਕਰਤਬੋ ਭਾਜ, ਤਿਸ ਤੇ ਕਰਤਬ ਬਿਰਥੇ ਜਾਤ। ਮਾਰੇ न राखे अवर न कोय, सर्व जियां का राखा सोए। काहे सोच करे रे प्राणी, जप नानक प्रभ लख बडाणी। बारंबार बार प्रभ जपीए, पी अमृत इहो मन तंत्र पीए। ये हुक्मनामा पंक्तियां जद सुखासन दे मैं शाम ਨੂੰ ਆਇਆ, ਪਾਠੀ ਸਿੰਘ ਜਿਹੜੀ ਲੜੀ ਚੱਲਦੀ ਆ ਅਖੰਡ ਪਾਠਾਂ ਦੀ, ਉੱਥੇ ਪੰਕਤੀਆਂ ਪੜ੍ਹ ਰਹੀ ਸਨ ਕਿ मानस जतन करतबो भात, तिसके करतब बिरथे जात। इंसान यतन भावें बथेरे करता है, पर उहदे यतन निष्फल हैं, क्योंकि मारे न रखा एको कोई, सर्ब जियां का राखा सोए। ना कोई किसी को मार सकता, ना कोई किसी की रखिया कर सकता है। सारे जियां दा राखा अकाल पुरख है। तू मेरा राखा सब नी थाई तां भो कि हाकाड़ा जियो। जिन्हें जम्मण तो पहला 9 महीने रखिया, तुसीं दसो, फिर भी आपां उहदे ते भरोसा नहीं करते, शरधा नहीं करते। उदों तां बंदे दा वास ही नहीं हुंदा, उदों तां रखिया ही ऑलरेडी अकाल पुरख दी है टोटली सारी। हे महाराज तू समरथ वड्डा, मेरी मथोरी राम, पालै किरत खाना पूर्ण दृष्ट तेरी राम। ये सारा जगत ही जा तेरा पैदा किया होया ते तू ही यदि रखिया करनी है। आ करोना शरोना डेंगू मेंगू जो भी कुछ है ये तो तू ही रखना है। बीमारियां भी तू ही पैदा की, रखना भी तू ही है। जरा मरा ताप सिरत साप सब हर के बस है, कोई लाग ना सकै बिन हर का लाया। जीवां दे कर्म अनुसार लाउंदा भी तू है ते हटाउण वाला भी तू ही है। तो ये तो बगैर किनू कहिए। इसलिए तेरे चरणा जी अरदास करते, हे श्री गुरु नानक देव जी, सब नानक जगत तुम्हारा है, सारा जगत तेरा ही है। जगत जलंदा रख ले,
ਇਹਨੂੰ ਛੱਡਦੇ ਬਲਦੇ ਇਹਨੂੰ ਰੱਖ ਲਓ ਜੀ। ਆਪਣੀ ਕਿਰਪਾ ਤਹਾਰ ਆਪ ਦੀ ਕਿਰਪਾ ਕਰੋ ਜੀ। ਜਿਤ ਦੁਆਰਾ ਉਬਰੈ ਤਿਤੈ ਲੈਹੁ ਉਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਇਸੇ ਪ੍ਰਕਾਰ ਰਾਖ 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 ਸੁਖ ਦਾਤੀ। ਇਹ ਸੁੱਖਾਂ ਦੇ ਦਾਤੇ ਪਰਮੇਸ਼ਰ ਤੂੰ ਹੀ ਮਾਤਾ ਦੇ ਗਰਭ ਦੇ ਵਿੱਚ ਰੱਖਣ ਵਾਲਾ ਹੈ। ਫਿਰ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਮਾਇਆ ਦੇ ਵਿਕਾਰਾਂ ਤੋਂ ਤੂੰ ਹੀ ਬਚਾ ਕੇ ਰੱਖਣ ਵਾਲਾ ਹੈ। ਤੂੰ ਹੀ ਕਾਲ ਆਦਿ ਤੋਂ ਬਚਾ ਕੇ ਮੌਤ ਤੋਂ ਵੀ ਤੂੰ ਹੀ ਰੱਖਣ ਵਾਲਾ ਹੈ। ਇਸੇ ਪ੍ਰਕਾਰ ਰਾਖ 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 ਸੁਖ ਦਾਤੀ। ਇੱਕ ਸਾਡੇ ਗਿਆਨੀ ਜੀ ਹੈ, ਮੇਰੇ ਤੋਂ ਸੀਨੀਅਰ ਗਿਆਨੀ ਪਲਵਿੰਦਰਪਾਲ ਸਿੰਘ ਜੀ ਬਟਰ। ਇਸ ਵਕਤ ਉਹ ਸਾਊਥ ਹਾਲ ਵੀਕ ਲਾ ਰਹੇ ਨੇ ਲੰਡਨ ਦੇ ਵਿੱਚ। ਦਮਦਮੀ ਟਕਸਾਲ ਦੇ ਸੀਨੀਅਰ ਸਤਿਕਾਰਯੋਗ ਗਿਆਨੀ ਜੀ ਮੇਰੇ ਵੇਖਣ ਦੀਆਂ ਗੱਲਾਂ ਸਾਹਮਣੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਪਰਿਵਾਰ ਬੜੀ ਮੁਸ਼ਕਲ 'ਚ ਹੈ। ਕਹਿੰਦੇ ਕੀ ਹੋਇਆ? ਕਹਿੰਦੇ ਜੀ ਸਾਰੇ ਫਿਕਰਮੰਦ ਹਨ। ਕਹਿੰਦੇ ਦੱਸ ਤਾਂ ਸਹੀ। ਕਹਿੰਦੇ ਮਹਾਂਪੁਰਖੋ ਬੱਚੇ ਦੇ ਸਵਾਸ ਨਹੀਂ ਚੱਲ ਰਹੇ। ਡਾਕਟਰਾਂ ਨੇ ਅਲਟਰਾਸਾਊਂਡ ਕਰਕੇ ਆਖਿਆ ਹੈ, ਸਾਰਾ ਚੈੱਕਅਪ। ਕਹਿੰਦੇ ਹੈ ਇੰਜ ਕਿਵੇਂ ਹੋ ਸਕਦਾ? ਹੋਣਾ ਤਾਂ ਚਾਹੀਦਾ ਨਹੀਂ ਇਸ ਤਰ੍ਹਾਂ। ਕਹਿੰਦੇ ਨਹੀਂ ਬਾਬਾ ਜੀ ਡਾਕਟਰਾਂ ਦੀ ਰਿਪੋਰਟ ਹੈ ਤੇ ਹੁਣ ਦੱਸੋ ਕੀ ਕਰੀਏ? ਉਹ ਕਹਿੰਦੇ ਤੂੰ ਕਾਹਦੋਂ ਫਿਕਰ ਕਰਦਾ? ਪਾਠ ਨਹੀਂ ਕਰਦਾ? ਤੂੰ ਤਾਂ ਗਿਆਨੀ ਹੈ। ਉਹ ਭਲਾ ਕਿਸ ਤਰ੍ਹਾਂ ਪੰਕਤੀ ਹੈ, ਪੜ੍ਹ ਕੇ ਸੁਣਾ ਤਾਂ ਸਹੀ। ਉਹ ਕੀ ਭਲਾ ਮਹਾਰਾਜ ਨੇ ਲਿਖਿਆ ਸੁਖਮਨੀ ਸਾਹਿਬ 'ਚ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਸਵਾਸ ਨਹੀਂ ਆ ਰਹੇ, ਕੋਈ ਗੱਲ ਨਹੀਂ। ਜੇ ਮਹਾਰਾਜ ਨੂੰ ਭਾਉਂਦਾ ਹੈ ਤੇ ਉਹ ਸਵਾਸ ਤੋਂ ਬਗੈਰ ਵੀ ਜਿੰਦਾ ਰੱਖ ਸਕਦਾ ਹੈ। ਜ਼ਰੂਰੀ ਨਹੀਂ ਵੀ ਸਵਾਸਾਂ ਨਾਲ ਜਿੰਦਾ ਰੱਖੇ, ਸਵਾਸਾਂ ਤੋਂ ਬਗੈਰ ਵੀ ਤਾਂ ਜਿੰਦਾ ਰੱਖ ਸਕਦਾ। ਪ੍ਰਭੂ ਦੀ ਸਮਰੱਥਾ ਉਹਦੇ ਵਿੱਚ ਸ਼ਕਤੀ ਹੈ। ਤੂੰ ਫਿਕਰ ਨਾ ਕਰ, ਬਾਣੀ ਪੜ੍ਹੀ ਜਾਓ, ਬਸ ਅਰਦਾਸ ਕਰੋ। ਇਹ ਜੱਗ ਦੇ ਵਿੱਚ ਆਪਣਾ ਆਪ ਬਚਾਉਣਾ ਕਲਯੁਗ ਦੇ ਪ੍ਰਭਾਵ ਤੋਂ ਬੜਾ ਔਖਾ ਹੈ। ਅੱਗ ਬਲ ਰਹੀ ਹੈ, ਇਹ ਪੁੜ ਚੱਲ ਰਹੇ ਨੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਾ ਰਹੇ ਸੋ ਉਬਰੇ ਨਾਨਕ ਅਜਬ ਡਿਠ। ਇਹ ਸਤਸੰਗਤ ਕਿੱਲੀ ਦੀ ਤਰ੍ਹਾਂ ਹੈ। ਕਲਯੁਗ ਪੀਸੀ ਜਾ ਰਿਹਾ ਹੈ। ਸਾਨੂੰ ਆਪ ਦੇ ਸਤਸੰਗਤ ਰੂਪ ਕਿੱਲੀ ਨੂੰ ਬਖਸ਼ ਦੇ, ਜਿਹਦੇ ਨਾਲ ਲੱਗ ਕੇ ਸਾਡਾ ਜੀਵਨ ਬਚ ਸਕੇ ਜੀ। ਸਾਧ ਸੰਗਤ ਕੇ ਝੱਲੀ ਰੇ, ਚੱਲ ਹੁੰਦਾ ਹੈ ਨਾ, ਤੰਬੂ ਹੁੰਦਾ। ਜੇ ਸੰਗਤ ਦੇ ਝੱਲ 'ਚ ਰਹਾਂਗੇ ਤਾਂ ਸੁਤੇ ਸੇ ਦੀ ਉਹ ਬਰਸ਼ੇ ਵਾਲਾ ਖੜਾ। ਜੇ ਆਪਾਂ ਇੱਥੇ ਬੈਠੇ ਹਾਂ ਤੇ ਉਹ ਸਾਡੇ ਪਹਿਰੇ 'ਤੇ ਵੀ ਖੜਾ ਹੈ। ਜੇ ਮਹਾਰਾਜ ਦਾ ਪਹਿਰਾ ਹੈ ਨਾਲ ਸਾਡਾ ਵੀ ਲੱਗ ਗਿਆ, ਉਹ ਆਪਣੇ ਆਪ ਆਟੋਮੈਟਿਕ ਹੀ ਲੱਗ ਗਿਆ। ਦੋਵਾਂ ਗੇਟਾਂ 'ਤੇ ਆਪਣੇ ਆਪ ਹੀ ਸੰਗਤ ਦਾ ਪਹਿਰਾ ਹੈ। ਇਸ ਵਾਸਤੇ ਸੋ ਇਹ ਮਹਾਰਾਜ ਸੰਗਤ ਦਾ ਝੱਲ ਸਾਨੂੰ ਬਖਸ਼, ਸੰਗਤ ਦੀ ਕਿੱਲੀ ਬਖਸ਼। ਜਿਵੇਂ ਸ਼ੇਰਨੀ ਜੰਗਲ 'ਚ ਅੱਗ ਲੱਗੀ ਤੋਂ ਆਪ ਦੇ ਬੱਚਿਆਂ ਨੂੰ ਆਪਣੇ ਮੂੰਹ ਦੇ ਨਾਲ ਫੜ ਕੇ ਨਦੀ ਵਿੱਚ ਲੈ ਜਾਂਦੀ ਹੈ, ਉਹਨਾਂ ਨੂੰ ਬਚਾ ਲੈਂਦੀ ਹੈ। ਬਿੱਲੀ ਜਿਹੜੀ ਹੈ ਜਿਹੜੇ ਦੰਦਾਂ ਨਾਲ ਚੂਹੇ ਖਾਂਦੀ ਹੈ, ਉਸੇ ਨਾਲ ਹੀ ਆਪਦੇ ਬਲੂੰਗੜਿਆਂ ਨੂੰ ਲਈ ਫਿਰਦੀ ਹੈ। ਕਹਿੰਦੇ 7 ਘਰ ਫਿਰਾਉਂਦੀ ਹੈ, ਫਿਰ ਅੱਖਾਂ ਖੁੱਲ੍ਹਦੀਆਂ ਨੇ। ਇਉਂ ਜਿਹੜੀ ਮਾਇਆ ਲੋਕਾਂ ਨੂੰ ਖਾਈ ਜਾਂਦੀ ਹੈ, ਜਿਹੜਾ ਕਲਯੁਗ ਲੋਕਾਂ ਨੂੰ ਵੱਢੀ ਟੁੱਕੀ ਜਾਂਦਾ, ਉਹੀ ਕਲਯੁਗ। ਜੇ ਵਾਹਿਗੁਰੂ ਦੀ ਨਿਗਾਹ ਸਵੱਲੀ ਹੋ ਜਾਏ ਸਾਨੂੰ ਕੁਛ ਵੀ ਨਹੀਂ ਆਉਂਦਾ। ਸਤਿਗੁਰੂ ਅਰਜਨ ਦੇਵ ਜੀ ਨੇ ਲਿਖ ਕੇ ਦਿੱਤਾ ਹੈ, ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਜੇ ਸਤਿਗੁਰਾਂ ਦੀ ਆਗਿਆ 'ਚ ਚੱਲੀਏ ਤਾਂ ਕਲਯੁਗ ਧੰਨ ਹੋ ਗਿਆ। ਤੇ ਜੇ ਮਹਾਰਾਜ ਤੋਂ ਉਲਟ ਹੋ ਗਏ, ਇੱਕ ਘੜੀ ਨਾ ਮਿਲਤੇ, ਇੱਕ ਘੜੀ ਵੀ ਨਹੀਂ ਮਿਲੇ ਤਾਂ ਕਲਯੁਗ ਹੋਤਾ, ਤਾਂ ਕਲਯੁਗ ਬਣ ਗਿਆ। ਉਹੀ ਧਰਮ ਰਾਜਾ ਉਹੀ ਯਮਰਾਜ ਹੈ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੋਰ ਚਾਲਿਆਣ। ਜਿਹੜੇ ਪਾਪੀ ਹੁੰਦੇ ਨੇ ਇਹਨਾਂ ਨੂੰ 1 ਮਿੰਟ ਨਹੀਂ ਉੱਥੇ ਖਲੋਣ ਦਿੰਦਾ, ਮਾਰਦਾ ਥੱਪੜ ਕੰਨ 'ਤੇ ਮਾਰ ਕੇ, ਸਿਰ ਘੁਮਾ ਦਿੰਦਾ ਤੇ ਉਲਟਾ ਕੇ ਸੁੱਟ ਦਿੰਦਾ ਖੂਹ 'ਚ, ਕੁੰਭੀ ਨਰਕਾਂ 'ਚ ਵੀ ਜਾਓ ਤੁਰੇ ਫਿਰੋ।
ਉਹੀ ਸੰਤਾਂ ਵਾਸਤੇ ਧਰਮ ਰਾਜਾ ਹੈ। ਧਰਮ ਰਾਏ ਨੂੰ ਹੁਕਮ ਹੈ, ਵੈ ਸੱਚਾ ਧਰਮ ਵਿਚਾਰ, ਸੱਚੇ ਧਰਮ ਦੀ ਵਿਚਾਰ ਕਰਨ ਵਾਲਾ। ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠਾ ਤੁਰ ਸੁਭ ਦੇਉ। ਸਤਿਕਾਰ ਦਿੰਦਾ, ਆਦਰ ਦਿੰਦਾ। ਇਉਂ ਦੂਜਾ ਪਾਸੇ ਦੁਸ਼ਟ ਆਤਮਾ, ਉਹ ਤੇਰੀ ਸਰਕਾਰ, ਦਵੈਤ ਭਾਵ ਵਾਲੇ ਦੁਸ਼ਟ ਆਤਮਾ ਵਾਲੇ, ਉਹਨਾਂ 'ਤੇ ਉਹਦੀ ਸਰਕਾਰ ਹੈ। ਇਉਂ ਆਮ ਲੋਕਾਂ ਲਈ ਤਾਂ ਕਲਯੁਗ ਹੈ, ਸਾਡੇ ਲਈ ਤਾਂ ਵਧੀਆ ਹੈ, ਕਿਉਂਕਿ ਪੁਰਾਣੇ ਯੁੱਗਾਂ ਦੇ ਵਿੱਚ ਥੋੜ੍ਹਾ ਫਲ ਮਿਲਦਾ ਸੀਗਾ ਅਤੇ ਕਲਯੁਗ ਦੇ ਵਿੱਚ 1000 ਗੁਣਾ ਫਲ ਹੈ। ਭਗਤੀ ਕਰਨ ਦਾ, ਨਾਮ ਜਪਣ ਦਾ ਬਹੁਤਾ ਫਲ ਹੈ ਥੋੜ੍ਹੀ ਭਗਤੀ ਤੋਂ। ਇਸ ਲਈ ਧੰਨ ਧੰਨ ਕਲਯੁਗ ਨਾਨਕਾ, ਜੀ ਚੱਲੇ ਸਤਿਗੁਰ ਭਾਈ। ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੋਹਿ ਰਹਿ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਇਹ ਸਾਰਾ ਜਗਤ, ਸਾਰਾ ਸੰਸਾਰ, ਹੁਣ ਆਪਾਂ ਤਾਂ ਅੰਮ੍ਰਿਤ ਛਕ ਲਿਆ, ਜਿਹੜੇ ਹੁਣ ਸਾਡੇ ਨਿਆਣੇ ਨੇ ਵੀ ਤਾਂ ਤੂੰ ਹੀ ਦਿੱਤੇ ਨੇ, ਅਸੀਂ ਤੇਰੇ ਹਾਂ, ਸਾਨੂੰ ਤਾਂ ਤੂੰ ਬਖਸ਼ ਲਿਆ, ਮੱਤ ਦੇ ਦਿੱਤੀ, ਅਕਲ ਦੇ ਦਿੱਤੀ, ਆਪਦੇ ਚਰਨਾਂ 'ਚ ਆਪਾਂ ਬੈਠੇ। ਹੁਣ ਨਿਆਣਿਆਂ ਨੂੰ ਵੀ ਸਮਝਾ, ਸਾਡੇ ਆਖੇ ਨਹੀਂ ਲੱਗਦੇ, ਇਹ ਵੀ ਤਾਂ ਤੇਰੇ ਹੀ ਨੇ, ਤੂੰ ਹੀ ਪੈਦਾ ਕੀਤੇ ਨੇ ਮਹਾਰਾਜ ਸੱਚਿਆ ਪਾਤਸ਼ਾਹ। ਇਹ ਸਿਰ 'ਚ ਮੋਹਰੀਆਂ ਕਰਦੇ, ਗੁਰਦੁਆਰੇ ਵੱਲ ਮੂੰਹ ਨਹੀਂ ਕਰਦੇ, ਵਿਗੜੇ ਹੋਏ ਨੇ, ਤੂੰ ਹੀ ਇਹਨਾਂ ਦੀ ਰੱਖਿਆ ਕਰ। ਲੋਕ ਪੈਸੇ ਪਤਾ ਨਹੀਂ ਹਜ਼ਾਰਾਂ ਹੀ ਰੁਪਈਏ, ਲੱਖਾਂ ਹੀ ਖਰਚਦੇ। ਸਾਡਾ ਸੰਪਟ ਪਾਠ ਕਰੋ ਜੀ, ਅਖੰਡ ਪਾਠ, ਸਾਰੇ ਲੋਕ ਆਪਦੀ ਅਰਦਾਸ ਮੈਂ ਵੇਖਿਆ ਘੱਟ ਕਰਾਉਂਦੇ ਨੇ, ਨਿਆਣਿਆਂ ਦੀ ਜ਼ਿਆਦਾ ਕਰਾਉਂਦੇ ਨੇ। ਭਾਵੇਂ ਕੋਈ ਬਾਹਰ ਹੈ ਅਤੇ ਭਾਵੇਂ ਘਰ 'ਚ, ਵੀ ਬੱਚਿਆਂ ਨੂੰ ਸਿੱਖੀ ਸਿਦਕ ਬਖਸ਼ੋ ਜੀ। ਜਿਹਨੇ ਬੱਚੇ ਸਾਂਭ ਲਏ, ਸਮਝ ਲਓ ਉਹਨੇ ਬੜੀ ਜ਼ਮੀਨ ਖਰੀਦ ਲਈ, ਉਹਨੇ ਡਾਲਰ ਤੇ ਪੌਂਡ ਕਮਾ ਲਏ, ਉਹ ਤਾਂ ਅਰਬਾਪਤੀ ਹੋ ਗਿਆ। ਜਿਹਦੇ ਨਿਆਣੇ ਲਾਇਕ ਹੋ ਗਏ, ਆਗਿਆਕਾਰੀ ਹੋ ਗਏ, ਇਹੀ ਪ੍ਰੋਪਰਟੀ ਹੈ। ਜੇ ਬੱਚੇ ਵਿਗੜ ਗਏ ਤੇ ਲੱਖਾਂ ਕਰੋੜਾਂ ਵੀ ਸਮਝ ਲਓ ਮਿੱਟੀ ਹੋ ਗਏ, ਖੇ ਖਰਾਬ ਨੇ। ਇਸ ਲਈ ਇਹ ਜਿਹੜੇ ਜਗਤ ਦੇ ਵਿੱਚ ਪੈਦਾ ਹੋਏ ਜੀਆ ਜੰਤ ਨੇ, ਇਹ ਸਭ ਤੇਰੇ ਹੀ ਨੇ। ਆ ਨਵੀਂ ਜਨਰੇਸ਼ਨ, ਇਹਨਾਂ ਨੂੰ ਵੀ ਸਮਝਾ ਸੱਚੇ ਪਾਤਸ਼ਾਹ, ਇਹ ਤੇਰਾ ਪੈਦਾ ਕੀਤਾ ਹੋਇਆ ਸਾਰਾ ਜੀਆ ਜੰਤ ਹੈ, ਤੂੰ ਹੀ ਇਹਦੀ ਰੱਖਿਆ ਕਰਨ ਵਾਲਾ ਹੈ। ਸਾਡੇ ਵੱਸ ਦੀ ਕੋਈ ਗੱਲ ਨਹੀਂ, ਤੇ ਤੂੰ ਆਪ ਕਿਰਪਾ ਕਰੇ ਤਾਂ ਹੀ ਸੱਚੇ ਪਾਤਸ਼ਾਹ ਕੋਈ ਤੇਰੇ ਚਰਨਾਂ ਵਿੱਚ ਆ ਸਕਦਾ, ਸਿੱਖੀ ਨੂੰ ਕਮਾ ਸਕਦਾ ਹੈ। ਇਸ ਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਦੋ ਸਮਤ ਬਖਸ਼ੋ। ਆਈ ਭੂਪਤ ਬਪਰੇ ਕਹੀਆ ਹੈ, ਹੋਏ ਕਿਸ ਨੂੰ ਮਾਰ ਹੈ, ਰਾਖ ਰਾਖ ਦਾਤੇ, ਸਭ ਨਾਨਕ ਜਗਤ ਤੁਮਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ